ਅੱਜ ਦੀ ਵੱਡੀ ਖਬਰ ਦੇ ਨਾਲ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਹੁਣ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਵੀ ਟੀਕਾਕਰਨ ਹੋਵੇਗਾ। ਵਰਕਪਲੇਸ ਤੇ ਹੀ ਟੀਕਾਕਰਨ ਹੋਵੇਗਾ। ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਇਸ ਬਾਰੇ ਚਿੱਠੀ ਲਿਖੀ ਹੈ। ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰ ਦੇ ਵੱਲੋਂ। ਮੁਲਾਜ਼ਮਾਂ ਦੇ ਪਰਿਵਾਰਾਂ ਦਾ ਵੀ ਟੀਕਾਕਰਨ ਹੋਵੇਗਾ। ਜਿੱਥੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਵਰਕਪਲੇਸ ਤੇ ਹੀ ਟੀਕਾਕਰਨ ਕੀਤਾ ਜਾਵੇਗਾ। ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਲਈ ਇਹ ਹੁਕਮ ਸਾਹਮਣੇ ਆਏ ਨੇ ਤੇ ਕੇਂਦਰ ਸਰਕਾਰ ਨੇ ਇਸ ਬਾਰੇ ਸੂਬਿਆਂ ਨੂੰ ਚਿੱਠੀ ਲਿਖੀ ਹੈ। ਤੇ ਇਸੇ ਖਬਰ ਦੇ ਵਧੇਰੇ ਜਾਣਕਾਰੀ ਦੇ ਲਈ ਚੰਡੀਗੜ੍ਹ ਤੋਂ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਜੁੜੇ ਨੇ। ਪੰਕਜ, ਕੀ ਹੈ ਪੂਰੀ ਜਾਣਕਾਰੀ? ਮੁਲਾਜ਼ਮਾਂ ਦੇ ਪਰਿਵਾਰਾਂ ਦੇ ਲਈ ਜ਼ਰੂਰ ਇੱਕ ਰਾਹਤ ਦੀ ਖਬਰ ਹੈ। ਬਿਲਕੁਲ ਅਰਸ਼, ਕਿਉਂਕਿ ਅਜੇ ਤੱਕ ਮੁਲਾਜ਼ਮਾਂ ਦੇ ਜਿਹੜਾ ਵਾ ਉਹਨਾਂ ਨੂੰ ਹੀ ਵੈਕਸੀਨੇਸ਼ਨ ਜਿਹੜੀ ਹੈ ਲਗਾਈ ਜਾ ਰਹੀ ਸੀਗੀ, ਲੇਕਿਨ ਕਿਉਂਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਰਹਿੰਦੇ ਨੇ ਔਰ ਪਰਿਵਾਰਕ ਮੈਂਬਰਾਂ ਨੂੰ ਵੀ ਖਤਰਾ ਜਿਹੜਾ ਵਾ ਅਕਸਰ ਪਾਇਆ ਜਾਂਦਾ ਵਾ ਔਰ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਜੋ ਮੁਲਾਜ਼ਮ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਕੋਵਿਡ ਪੋਜ਼ਿਟਿਵ ਜਿਹੜੇ ਨੇ ਉਹ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਰੇਂਜ ਦੇ ਵਿੱਚ ਆਉਂਦੇ ਨੇ। ਔਰ ਇਸੇ ਵਜ੍ਹਾ ਕਰਕੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਜਿਹੜਾ ਵਾ ਸਾਰੇ ਸੂਬਿਆਂ ਨੂੰ ਇੱਕ ਲੈਟਰ ਲਿਖਿਆ ਗਿਆ ਔਰ ਇਹ ਕਿਹਾ ਗਿਆ ਕਿ ਹਰ ਜਿਹੜਾ ਮੁਲਾਜ਼ਮ ਹੈ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਟੀਕਾਕਰਨ ਜਿਹੜਾ ਵਾ ਉਹ ਲਗਾਉਣਾ ਲਾਜ਼ਮੀ ਹੋਏਗਾ ਕਿਉਂਕਿ ਉਹ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ। ਅਰਸ਼ ਜੀ ਸ਼ੁਕਰੀਆ ਪੰਕਜ ਇਸ तमाम ਜਾਣਕਾਰੀ ਦੇ ਲਈ। ਤਾਂ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਲਈ ਇੱਕ ਰਾਹਤ ਦੀ ਖਬਰ ਹੈ। ਚਾਹੇ ਪ੍ਰਾਈਵੇਟ ਮੁਲਾਜ਼ਮ ਨੇ ਚਾਹੇ ਸਰਕਾਰੀ ਮੁਲਾਜ਼ਮ ਨੇ, ਉਹਨਾਂ ਦੇ ਵਰਕਪਲੇਸ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦਾ ਵੀ ਹੁਣ ਟੀਕਾਕਰਨ ਕੀਤਾ ਜਾਵੇਗਾ। ਕੇਂਦਰ ਨੇ ਸੂਬਿਆਂ ਨੂੰ ਇਸ ਬਾਰੇ ਚਿੱਠੀ ਲਿਖੀ। ਤੇ ਦੇਸ਼ ਦੇ 382 ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਦਾ ਕਹਿਰ ਨਜ਼ਰ ਆ ਰਿਹਾ। 10% ਤੋਂ ਵੱਧ ਪੋਜ਼ਿਟਿਵ ਦਰ ਇਹਨਾਂ 382 ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਵਿੱਚ ਪੰਜਾਬ ਦੇ 14, ਹਰਿਆਣਾ ਦੇ 18 ਜ਼ਿਲ੍ਹੇ ਸ਼ਾਮਲ ਨੇ। ਹਿਮਾਚਲ ਦੇ ਵੀ 12 ਜ਼ਿਲ੍ਹੇ ਇਸ ਲਿਸਟ ਦੇ ਵਿੱਚ ਸ਼ਾਮਲ ਨੇ। WHO ਨੇ ਸਾਵਧਾਨੀਆਂ ਤੇ ਵੈਕਸੀਨ ਵਧਾਉਣ ਦੀ ਸਲਾਹ ਦਿੱਤੀ ਹੈ। ਤਾਂ ਦੇਸ਼ ਦੇ ਵਿੱਚ ਕੋਰੋਨਾ ਦਾ ਕਹਿਰ ਜਿੱਥੇ ਨਜ਼ਰ ਆ ਰਿਹਾ ਉੱਥੇ 382 ਜ਼ਿਲ੍ਹਿਆਂ ਦੇ ਵਿੱਚ 10% ਤੋਂ ਵੱਧ ਪੋਜ਼ਿਟਿਵ ਦਰ ਨਜ਼ਰ ਆ ਰਹੀ ਹੈ। ਪੰਜਾਬ ਦੇ 14, ਹਰਿਆਣਾ ਦੇ 18 ਤੇ ਹਿਮਾਚਲ ਦੇ 12 ਜ਼ਿਲ੍ਹੇ ਇਸ ਲਿਸਟ ਦੇ ਵਿੱਚ ਸ਼ਾਮਲ ਨੇ। ਤੇ ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਦੀ ਖਤਰਨਾਕ ਰਫ਼ਤਾਰ ਲਗਾਤਾਰ ਜਾਰੀ ਹੈ। 24 ਘੰਟਿਆਂ ਦੇ ਵਿੱਚ 200 ਤੋਂ ਵੱਧ ਮੌਤਾਂ ਦਾ ਅੰਕੜਾ ਸਾਹਮਣੇ ਆਇਆ। 24 ਘੰਟਿਆਂ ਦੇ ਵਿੱਚ 5421 ਨਵੇਂ ਕੇਸ ਸਾਹਮਣੇ ਆਏ ਨੇ ਤੇ 201 ਮੌਤਾਂ ਹੋਈਆਂ ਨੇ। ਸਭ ਤੋਂ ਵੱਧ ਮੌਤਾਂ ਬਠਿੰਡਾ ਤੇ ਪਟਿਆਲਾ ਦੇ ਵਿੱਚ ਹੋਈਆਂ ਨੇ। 20 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਤਾਂ ਜਿੱਥੇ ਕੇਸਿਸ ਦੀ ਦਰ ਜ਼ਰੂਰ ਥੋੜੀ ਘਟੀ ਹੈ ਪਿਛਲੇ ਦਿਨਾਂ ਦੇ ਮੁਕਾਬਲੇ, ਕੱਲ ਵੀ ਤਕਰੀਬਨ 5000 ਤੋਂ 6000 ਦੇ ਵਿਚਾਲੇ ਕੇਸ ਸੀ। ਅੱਜ ਵੀ 24 ਘੰਟਿਆਂ ਦੇ ਵਿੱਚ 5421 ਨਵੇਂ ਕੇਸ ਸਾਹਮਣੇ ਆਏ ਨੇ, ਲੇਕਿਨ ਮੌਤਾਂ ਦਾ ਅੰਕੜਾ ਫਿਰ 200 ਤੋਂ ਪਾਰ ਇੱਕ ਵਾਰ ਫਿਰ ਨਜ਼ਰ ਆ ਰਿਹਾ। 201 ਲੋਕਾਂ ਨੇ ਕੋਰੋਨਾ ਵਾਇਰਸ ਦੇ ਨਾਲ ਆਪਣੀ ਜਾਨ ਗਵਾਈ ਹੈ। ਸਭ ਤੋਂ ਵੱਧ ਬਠਿੰਡਾ ਤੇ ਪਟਿਆਲਾ ਦੇ ਵਿੱਚ 20 ਮੌਤਾਂ ਹੋਈਆਂ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 5421 ਨਵੇਂ ਕੇਸ ਸਾਹਮਣੇ ਆਏ ਨੇ। 201 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਤੇ 7363 ਵਿਅਕਤੀ ਰਿਕਵਰ ਵੀ ਹੋਏ ਨੇ। ਤੇ ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਲੈਕ ਫੰਗਸ ਤੇ ਕੋਰੋਨਾ ਮਹਾਮਾਰੀਆਂ ਦੌਰਾਨ ਮਰੀਜ਼ਾਂ ਦਾ ਮੁਫਤ ਇਲਾਜ ਹੋਣਾ ਚਾਹੀਦਾ ਹੈ। ਨੈਚੁਰਲ ਕਲੈਮਿਟੀ ਡਿਕਲੇਅਰ ਕਰਕੇ ਸਾਰੇ ਜਿਹੜੀ ਸੇਵਾ ਹੈ ਆਪਣੇ ਹਸਪਤਾਲਾਂ ਦਾ ਇਲਾਜ ਹੈ ਸਾਰਾ ਮੁਫਤ ਕਰ ਦੇਣਾ ਚਾਹੀਦਾ। ਵੱਧ ਤੋਂ ਵੱਧ ਕੀ ਹੈ 200 ਕਰੋੜ ਲੱਗ ਜੂਗਾ, 300 ਕਰੋੜ ਲੱਗ ਜੂਗਾ। ਤੁਸੀਂ ਦੇਖੋ ਕਿੰਨੀਆਂ ਜਾਨਾਂ ਜਿਹੜੇ ਵਿਚਾਰੇ ਗਰੀਬ ਪਿੰਡਾਂ 'ਚ, ਮੈਂ ਕਈਆਂ ਪਿੰਡਾਂ 'ਚ ਮੈਂ ਗੱਲ ਕੀਤੀ ਹੈ, ਗਰੀਬ ਘਰੋਂ ਨਿਕਲ ਹੀ ਨਹੀਂ ਰਹੇ। ਉਦੋਂ ਹੀ ਪਤਾ ਲੱਗ ਜਾਏ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕਿਉਂ ਡਰਦੇ ਹੈ? ਪੈਸੇ ਕਰਕੇ ਡਰਦੇ ਆ। ਵਿਚਾਰੇ ਕੋਲ ਪੈਸਾ ਹੈ ਨਹੀਂ, ਵਾਲੇ ਕੋਲ ਹੋਰ ਸਾਧਨ ਹੈ ਨਹੀਂ। ਤੋ ਇਸ ਕਰਕੇ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹੋਰ ਕੰਮ ਭਾਵੇਂ ਸੜਕਾਂ ਅਸੀਂ ਨਾ ਬਣਾਓ, ਦੂਜੀ ਨਹੀਂ ਬਣਾਓ, ਘੱਟ ਤੋਂ ਘੱਟ ਗਰੀਬਾਂ ਵਾਸਤੇ, ਜਿਹੜੇ ਗਰੀਬ ਹੈ ਉਹਨਾਂ ਵਾਸਤੇ ਇਲਾਜ ਮੁਫਤ ਕਰ ਦਿਓ। ਸਾਰੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਮੁਫਤ ਕਰ ਦਿਓ। ਤੇ ਹਰਿਆਣਾ ਦੇ ਵਿੱਚ ਬਲੈਕ ਫੰਗਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਇੰਜੈਕਸ਼ਨ ਘੱਟ ਨੇ। ਸਿਹਤ ਮੰਤਰੀ ਅਨਿਲ ਵਿਜ ਦਾ ਇਹ ਬਿਆਨ ਸਾਹਮਣੇ ਆਇਆ। ਬਲੈਕ ਫੰਗਸ ਦੇ ਨਾਲ ਨਜਿੱਠਣ ਦੇ ਲਈ ਇੰਜੈਕਸ਼ਨਸ ਦੀ ਮਾਤਰਾ ਘੱਟ ਹੈ ਹਰਿਆਣੇ ਦੇ ਵਿੱਚ। ਸਿਹਤ ਮੰਤਰੀ ਅਨਿਲ ਵਿਜ ਨੇ ਕੇਂਦਰ ਤੋਂ 12000 ਇੰਜੈਕਸ਼ਨਸ ਦੀ ਮੰਗ ਕੀਤੀ ਹੈ। ਸਫਾਈ ਮੁਲਾਜ਼ਮ ਦੀ ਮੌਤ ਤੇ ਸਰਕਾਰ ਸਹਾਇਤਾ ਰਾਸ਼ੀ ਦੇਵੇਗੀ। ਇਹ ਕੁਝ ਐਲਾਨ ਵੀ ਸਾਹਮਣੇ ਆਏ ਨੇ। ਮੌਤ ਤੇ 20 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ ਗਿਆ। BPL ਪਰਿਵਾਰਾਂ ਦੇ ਇਲਾਜ ਦਾ ਖਰਚ ਵੀ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਸਿਹਤ ਮੰਤਰੀ ਦੇ ਇਹ ਐਲਾਨ ਨੇ, ਜਿੱਥੇ ਇੱਕ ਪਾਸੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਲੈਕ ਫੰਗਸ ਦੇ ਨਾਲ ਨਜਿੱਠਣ ਦੇ ਲਈ ਇੰਜੈਕਸ਼ਨਸ ਘੱਟ ਨੇ ਤੇ ਕੇਂਦਰ ਤੋਂ 12000 ਇੰਜੈਕਸ਼ਨਸ ਦੀ ਮੰਗ ਕੀਤੀ ਹੈ, ਉੱਥੇ ਹੀ ਕੁਝ
ਰਾਹਤ ਵੀ ਲੋਕਾਂ ਦੇ ਲਈ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ। ਸਫਾਈ ਮੁਲਾਜ਼ਮ ਦੀ ਅਗਰ ਮੌਤ ਹੁੰਦੀ ਹੈ ਤਾਂ ਸਰਕਾਰ ਸਹਾਇਤਾ ਰਾਸ਼ੀ ਦੇਵੇਗੀ। ਮੌਤ ਤੇ 20 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਤੇ BPL ਪਰਿਵਾਰਾਂ ਦੇ ਇਲਾਜ ਦਾ ਖਰਚ ਵੀ ਸਰਕਾਰ ਦੇ ਵੱਲੋਂ ਚੁੱਕਿਆ ਜਾਵੇਗਾ। जितने हिंदुस्तान में मिल सक रही है उतने हम हासिल कर रहे हैं। कुछ मात्रा में हमें मिली भी है और वो जो हमने एक्सपर्ट कमेटी बना रखी है उनको कह दिया है कि वो गंभीरता के हिसाब से जो ज़्यादा जिसको ज़रूरत है उसको पहले दी जाए और वो दी जाए। लेकिन काफ़ी कम हैं जो इंजेक्शन्स मिल रहे हैं। हमने 12,000 इंजेक्शन्स की केंद्र सरकार से भी मांग की है और विदेशों से भी इंपोर्ट करने के लिए कल हमने फाइल मूव कर दी। ਤੇ ਬਲੈਕ ਫੰਗਸ ਤੇ ਡਾਕਟਰ ਕੇ ਤਲਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਸਟੀਰੋਇਡ ਦੀ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ। ਡਾਕਟਰਾਂ ਨੂੰ ਵੀ ਇਹੀ ਸਲਾਹ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਇਲਾਜ ਦੇ ਵਿੱਚ ਸਟੀਰੋਇਡ ਦੀ ਵਰਤੋਂ ਘੱਟ ਕਰੋ। ਦੇਸ਼ ਦੇ ਵਿੱਚ ਲਗਾਤਾਰ ਬਲੈਕ ਫੰਗਸ ਦੇ ਕੇਸ ਵਧ ਰਹੇ ਨੇ। ਕੋਵਿਡ ਮਰੀਜ਼ਾਂ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਦਵਾਈ ਲੈਣੀ ਚਾਹੀਦੀ ਹੈ। ਤਾਂ ਜਿੱਥੇ ਬਲੈਕ ਫੰਗਸ ਦੇ ਕੇਸ ਲਗਾਤਾਰ ਵਧਦੇ ਨਜ਼ਰ ਆ ਰਹੇ ਨੇ ਉੱਥੇ ਡਾਕਟਰ ਕੇ ਤਲਵਾਰ ਨੇ ਸਲਾਹ ਦਿੱਤੀ ਹੈ ਕਿ ਸਟੀਰੋਇਡ ਦੀ ਜ਼ਿਆਦਾ ਵਰਤੋਂ ਨਾ ਕਰੋ। ਡਾਕਟਰਸ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਇਲਾਜ ਦੇ ਵਿੱਚ ਸਟੀਰੋਇਡ ਦੀ ਵਰਤੋਂ ਘੱਟ ਕਰੋ। ਕੋਵਿਡ ਮਰੀਜ਼ਾਂ ਨੂੰ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੀ ਵੀ ਦਵਾਈ ਲੈਣੀ ਹੈ ਉਹ ਡਾਕਟਰਸ ਦੀ ਸਲਾਹ ਤੋਂ ਬਿਨਾਂ ਨਾ ਲਈ ਜਾਵੇ। ਇਹ ਹੁੰਦਾ ਕਿਉਂ ਹੈ ਕਿ ਜੇ ਕੋਵਿਡ ਦੇ ਜਿਹੜੇ ਪੇਸ਼ੈਂਟ ਹੈ, ਕੋਵਿਡ ਹੋ ਸਕਦਾ ਹੈ ਕਿ ਤੁਹਾਡੀ ਆਪਣੀ ਜਿਹੜੀ ਇਮਿਊਨਿਟੀ ਹੈ ਤਾਕਤ ਨੂੰ ਖਰਾਬ ਕਰਦਾ ਹੈ। ਜਿਨ੍ਹਾਂ ਨੂੰ ਸ਼ੂਗਰ ਹੋਏਗੀ ਔਰ ਇੱਕ ਦਵਾਈ ਜਿਹੜੀ ਸਟੀਰੋਇਡ ਹੈ, ਸਟੀਰੋਇਡ ਦਾ ਇਸ ਬਿਮਾਰੀ 'ਚ ਫਾਇਦਾ ਵੀ ਹੈ ਪਰ ਇਹਨੂੰ ਅਗਰ ਗਲਤ ਯੂਜ਼ ਕੀਤਾ ਜਾਵੇ ਜੋ ਦੱਸੀ ਗਈ ਹੈ ਵੀ ਇੰਨੀ ਡੋਜ਼ ਤੋਂ ਜ਼ਿਆਦਾ ਨਹੀਂ ਦੇਣੀ, ਉਹ ਡੋਜ਼ ਯੂਜ਼ ਕੀਤਾ ਜਾਵੇ ਔਰ ਜਿਹੜੇ ਮਰੀਜ਼ਾਂ ਦੀ ਜ਼ਰੂਰਤ ਵੀ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਵੇ। ਤਾਂ ਅਗਰ ਕੋਵਿਡ ਹੈ, ਸ਼ੂਗਰ ਦੀ ਬਿਮਾਰੀ ਹੈ, ਤੁਹਾਨੂੰ ਸਟੀਰੋਇਡ ਜ਼ਿਆਦਾ ਡੋਜ਼ ਦਿੱਤੀ ਜਾ ਰਹੀ ਹੈ, ਇਹ ਖਤਰਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਬਿਮਾਰੀ ਫੰਗਲ ਵਾਲੀ ਜੋ ਬਲੈਕ ਫੰਗਸ ਵੀ ਹੋਣ ਦਾ ਡਰ ਹੈ। ਤਾਂ ਇਸ ਕਰਕੇ ਜੇ ਸਟੀਰੋਇਡ ਤੁਸੀਂ ਲੈਂਦੇ ਹੋ ਉਹਦਾ ਧਿਆਨ ਰੱਖੋ। ਕੋਸ਼ਿਸ਼ ਕਰੋ ਡਾਕਟਰ ਨੂੰ ਪੁੱਛੋ ਕਿ ਜੋ ਗੌਰਮੈਂਟ ਨੇ ਡੋਜ਼ ਐਡਵਾਈਸ ਕੀਤੀ ਹੋਈ ਹੈ ਵੀ ਕਿਹੜੇ ਮਰੀਜ਼ ਨੂੰ ਦੇਣਾ ਹੈ, ਕਿਹੜੇ ਨੂੰ ਨਹੀਂ ਦੇਣਾ, ਉਹ ਪ੍ਰੀਕਾਸ਼ਨ ਲੈ ਰਿਹਾ ਨਹੀਂ ਲੈ ਰਿਹਾ। ਗਲਤੀ ਨਾਲ ਕਈ ਪ੍ਰੈਕਟੀਸ਼ਨਰ ਪ੍ਰਾਈਵੇਟ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਯੂਜ਼ ਕਰਦੇ ਆ, ਉਹ ਸੋਚਦੇ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਖਤਰਨਾਕ ਬਿਮਾਰੀ ਵੀ ਇਹਦੇ ਕਰਕੇ ਖੜੀ ਹੋ ਸਕਦੀ ਹੈ। ਅੱਗੇ ਵਧਦੇ ਹਾਂ। ਮਾਨਸਾ 'ਚ ਪੈਂਦੇ ਬੁਢਲਾਡਾ 'ਚ SGPC ਦੇ ਵੱਲੋਂ ਗੁਰੂ ਨਾਨਕ ਕਾਲਜ 'ਚ 25 ਬੈੱਡਾਂ ਵਾਲਾ ਕੋਵਿਡ ਵਾਰਡ ਬਣਾਇਆ ਗਿਆ। ਵਾਰਡ ਦਾ ਜਾਇਜ਼ਾ ਲੈਣ ਦੇ ਲਈ SGPC ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ। ਉਹਨਾਂ ਨੇ ਕਿਹਾ ਕਿ ਇੱਥੇ ਮਰੀਜ਼ਾਂ ਨੂੰ ਬਿਲਕੁਲ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ SGPC ਨੇ ਆਪਣੇ ਵੱਲੋਂ ਵੈਕਸੀਨਸ ਵੀ ਆਰਡਰ ਕਰ ਦਿੱਤੀਆਂ ਨੇ ਜੋ ਜਲਦ ਪਹੁੰਚ ਜਾਣਗੀਆਂ। ਅਸੀਂ ਇਹ ਜਿਹੜੇ ਫਸਟ ਏਡ ਤਿਆਰ ਕੀਤੇ ਡਰ ਕੱਢਣ ਵਾਸਤੇ ਕੀਤੇ ਹੈ ਕਿ ਇਹ ਕਿਸੇ ਤਰੀਕੇ ਨਾਲ ਲੋਕਾਂ ਦਾ ਮਨ 'ਚ ਜਿਹੜੀ ਟੈਨਸ਼ਨ ਹੈ, ਮਨ ਜਿਹੜੀ ਪੈਨਿਕ ਹੈ, ਜਿਹੜੀ ਦਹਿਸ਼ਤ ਹੈ ਉਹ ਕੱਢ ਦਈਏ ਕਿ ਕਰੋਨਾ ਆਮ ਬਿਮਾਰੀਆਂ ਵਰਗੀ ਬਿਮਾਰੀ ਹੈ। ਜੇ ਅਸੀਂ ਇਹਨੂੰ ਸਾਂਭ ਲਵਾਂਗੇ, ਸੁਚੇਤ ਹੋ ਜਾਵਾਂਗੇ, ਇਹਤਿਆਤ ਵਰਤ ਲਾਂਗੇ, ਆਪਣੇ ਜੋ ਹਦਾਇਤਾਂ ਨੇ ਉਹਦੀ ਪਾਲਣਾ ਕਰ ਲਾਂਗੇ ਤਾਂ ਅਸੀਂ ਬਚ ਸਕਦੇ ਹਾਂ। ਸੋ ਇਸ ਕਰਕੇ ਕਈ ਲੋਕ ਜਿਹੜੇ ਉਹ ਡਰ ਦੇ ਮਾਰੇ ਘਰ 'ਚ ਬੈਠੇ ਰਹਿੰਦੇ ਆ। ਅਸੀਂ ਇਸੇ ਕਰਕੇ ਬੇਨਤੀ ਕੀਤੀ, ਬਾਰ-ਬਾਰ ਕਹਿੰਦੇ ਹਾਂ 1 ਰੁਪਈਆ ਵੀ ਉਹਨਾਂ ਦਾ ਖਰਚ ਨਹੀਂ ਆਏਗਾ। L1 L2 ਤੱਕ ਜਦੋਂ ਹਸਪਤਾਲ ਜਾਂਦੇ ਮੇਰੇ ਖਿਆਲ ਲੱਖਾਂ ਰੁਪਏ ਲਾ ਕੇ ਲੋਕੀ ਆਉਂਦੇ ਆ ਔਰ ਉੱਥੇ ਜਾ ਕੇ ਸਿਰਫ ਜ਼ਿਆਦਾ ਬਿਮਾਰ ਹੁੰਦੇ, ਉਹਨਾਂ ਨੂੰ ਪੈਨਿਕ ਹੋ ਜਾਂਦਾ ਹੈ, ਅੰਦਰ ਕਿਸੇ ਨੂੰ ਮਿਲ ਨਹੀਂ ਦਿੰਦੇ। ਤੇ ਉਧਰ ਮਹਾਮਾਰੀ ਵਿਚਾਲੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਦੁਬਾਰਾ ਸ਼ੁਰੂ ਹੋਣ ਦੀ ਗੱਲ ਚੱਲੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤਾਂ ਪੰਜਾਬ ਦੀ ਸਿਆਸਤ ਨੂੰ ਵੀ ਹਲੂਣਾ ਮਿਲ ਗਿਆ। ਹੁਣ ਪੰਜਾਬ ਦੇ ਲੀਡਰ ਵੀ ਕੇਂਦਰ ਨੂੰ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਨੇ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਮੁੜ ਗੱਲਬਾਤ ਦੀ ਗੱਲ ਚੱਲੀ ਹੈ ਪਰ ਇਸ ਵਾਰ ਪਹਿਲ ਕਿਸਾਨਾਂ ਨੇ ਕੀਤੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਪਰ ਚਿੱਠੀ 'ਚ ਮੁੜ ਉਹੀ ਮੰਗ ਦੁਹਰਾਈ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਟੁੱਟੀ ਸੀ। ਇਸੇ ਵਿਚਾਲੇ ਸੰਯੁਕਤ ਮੋਰਚੇ ਨੇ ਅਗਲੀ ਰਣਨੀਤੀ ਘੜਨ ਦੀ ਵੀ ਗੱਲ ਕਹੀ ਹੈ। ਕਿਸਾਨ 25 ਮਈ ਤੱਕ ਸਰਕਾਰ ਦਾ ਜਵਾਬ ਉਡੀਕਣਗੇ ਤੇ ਫਿਰ ਉਸ ਤੋਂ ਬਾਅਦ ਅੱਗੇ ਦੇ ਪ੍ਰੋਗਰਾਮ ਉਲੀਕਣਗੇ। ਦਿੱਲੀ ਮੋਰਚੇ ਦੇ 6 ਮਹੀਨੇ ਪੂਰੇ ਹੋਣ ਤੇ 26 ਮਈ ਨੂੰ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਮਨਾਉਣ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਵੀ 26 ਤਾਰੀਖ ਨੂੰ ਤੁਹਾਡੀ ਕਾਰਗੁਜ਼ਾਰੀ ਤੇ 22 ਜਨਵਰੀ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨੇ ਨਹੀਂ ਬੁਲਾਈ। ਇਹ ਸਰਕਾਰ ਵੱਲੋਂ
ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ। ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਬਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਆ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਸਾਨਾਂ ਦੀ ਚਿੱਠੀ ਦੇ ਨਾਲ ਹੀ ਸਿਆਸਤ ਵੀ ਦੁਬਾਰਾ ਕਿਸਾਨੀ ਮੋਰਚੇ ਦੇ ਵੱਲ ਮੁੜਨ ਲੱਗੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦਾ ਸੱਦਾ ਕਬੂਲ ਕਰਨ ਦੀ ਅਪੀਲ ਕੀਤੀ। ਇਹ ਵੀ ਕਿਹਾ ਕਿ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਹੋਣਾ ਚਾਹੀਦਾ ਹੈ ਤੇ ਮਹਾਮਾਰੀ ਦੌਰਾਨ ਸਰਕਾਰ ਨੂੰ ਕਿਸਾਨਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਹੈ। ਮੈਂ ਚਾਹੁੰਦਾ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਜਿਹੜੇ ਮੰਗਾਂ ਨੇ ਉੱਤੇ ਜਿਹੜੇ ਤਿੰਨੋਂ ਕਾਲੇ ਕਾਨੂੰਨ ਨੇ ਉਹ ਵਾਪਸ ਲੈ ਕੇ MSP ਦੀ ਗਾਰੰਟੀ ਦੇ ਕੇ ਤੇ ਉਹਨਾਂ ਨੂੰ ਤੁਸੀਂ ਵਾਪਸ ਇਹ ਜਿਹੜਾ ਮਸਲਾ ਹੱਲ ਹੋ ਜਾਊਗਾ, ਉਹ ਵਾਪਸ ਆ ਜਾਣਗੇ। ਆਹੀ ਮੈਂ ਬੇਨਤੀ ਤੁਹਾਨੂੰ ਕਰਦਾ। ਉਮੀਦ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਔਰ ਇਸ ਮਸਲੇ ਦਾ ਹੱਲ ਕੱਢੋਗੇ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨੋਗੇ। ਮੈਂ ਆਹੀ ਤੁਹਾਡੇ ਨਾਲ ਬੇਨਤੀ ਕਰਦਾ। ਮੈਂ ਚਿੱਠੀ ਵੀ PMO ਆਫਿਸ ਵਿੱਚ ਲਿਖ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿਸਾਨ ਆਗੂਆਂ ਦੀ ਅਪੀਲ ਦਾ ਜਿਹੜੀ ਉਹਦਾ ਹਾਂ ਪੱਕੀ ਹੁੰਗਾਰਾ ਭਰ ਕੇ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਇੱਕ ਮੈਂ ਸਮਝਦਾ ਹਾਂ ਪੱਕੀ ਵਰਤਾਓ ਕਰਨ ਦੀ ਲੋੜ ਆ ਔਰ ਚੰਗੇ ਨਤੀਜੇ ਨਿਕਲਣਗੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਅੱਜ ਇਸ ਸੰਕਟ ਦੇ ਸਮੇਂ ਸੰਘਰਸ਼ ਦਾ ਨਿਪਟਾਰਾ ਕਰਕੇ ਕਿਸਾਨਾਂ ਨੂੰ ਘਰੇ ਤੋਰਨਗੇ। ਪੂਰੇ 4 ਮਹੀਨੇ ਬਾਅਦ ਗੱਲਬਾਤ ਸ਼ੁਰੂ ਕਰਨ ਦੇ ਲਈ ਚਿੱਠੀਆਂ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋ ਗਿਆ, ਪਰ ਕਿਸਾਨਾਂ ਨੇ ਆਪਣੀ ਚਿੱਠੀ ਭੇਜ ਕੇ ਕੇਂਦਰ ਦੇ ਪਾਲੇ 'ਚ ਗੇਂਦ ਸੁੱਟੀ ਹੈ। ਹੁਣ ਬਸ ਉਡੀਕ ਕੇਂਦਰ ਦੇ ਜਵਾਬ ਦੀ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪੰਕਜ ਕਬਾਹੀ, ਨਿਊਜ਼ 18 ਪੰਜਾਬ। ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਸਪਸ਼ਟੀਕਰਨ ਸਾਹਮਣੇ ਆਇਆ। ਉਹਨਾਂ ਨੇ ਕਿਸਾਨਾਂ ਬਾਰੇ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਕੇਸਿਸ ਵਧਣ ਦਾ ਇੱਕ ਕਾਰਨ ਕਿਸਾਨ ਅੰਦੋਲਨ ਵੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੀ ਕਿਸਾਨ ਵਾਪਸ ਆ ਰਹੇ ਨੇ ਉਹ ਆ ਕੇ ਟੈਸਟ ਜ਼ਰੂਰ ਕਰਾਉਣ। ਹੁਣ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਹੈ ਕਿਉਂਕਿ ਕਿਸਾਨਾਂ ਨੇ ਇਸ ਦਾ ਜਵਾਬ ਦਿੱਤਾ ਸੀ। ਉਹਨਾਂ ਨੇ ਕਿਹਾ ਹੈ ਕਿ ਕਦੇ ਵੀ ਨਹੀਂ ਕਿਹਾ ਕਿ ਕਿਸਾਨਾਂ ਕਰਕੇ ਕੋਰੋਨਾ ਕੇਸ ਵੱਧ ਰਹੇ ਨੇ। ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਕਰਕੇ ਕੇਸ ਨਹੀਂ ਵੱਧ ਰਹੇ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਹੀ ਨਹੀਂ ਪੂਰੇ ਮੁਲਕ 'ਚ ਹੀ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ। ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਮੈਂ ਕਿਸਾਨ ਅੰਦੋਲਨ ਦਾ ਹਮਾਇਤੀ ਹਾਂ। ਕਿਸਾਨ ਅੰਦੋਲਨ ਨੂੰ ਕਦੇ ਵੀ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਤੇ ਉਧਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਾਬਕਾ PA ਤੇ ਸਿਆਸਤ ਗਰਮਾ ਗਈ ਹੈ। ਧੋਖਾਧੜੀ ਦਾ ਕੇਸ ਦਰਜ ਹੋਣ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਅਕਾਲੀ ਦਲ ਨੇ ਰੰਧਾਵਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਸੰਗਰੂਰ ਪੁਲਿਸ ਨੇ PA ਦੇ ਉੱਤੇ ਖੰਡ ਵੇਚਣ ਦੇ ਮਾਮਲੇ ਦੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਅਕਾਲੀ ਦਲ ਦੇ ਇਲਜ਼ਾਮਾਂ ਤੇ ਮੰਤਰੀ ਰੰਧਾਵਾ ਨੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਇਲਜ਼ਾਮ ਲਾਉਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਹਾਂ। ਉਹਨਾਂ ਨੇ ਕਿਹਾ ਕਿ ਉਹ ਮੇਰਾ ਨਿੱਜੀ ਸਕੱਤਰ ਨਹੀਂ ਸੀ, ਬਚਿੱਤਰ ਸਿੰਘ ਨਾਂ ਹੈ ਤੇ ਉਹ ਮੇਰਾ ਨਿੱਜੀ ਸਕੱਤਰ ਨਹੀਂ ਸੀ, ਮਿਨਿਸਟਰੀਅਲ ਸਟਾਫ ਦਾ ਮੈਂਬਰ ਸੀ। ਉਹਨਾਂ ਨੇ ਕਿਹਾ ਕਿ ਮੈਂ ਖੁਦ ਬਿਊਰੋ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਫੋਨ ਕਰਕੇ ਕਿਹਾ ਹੈ ਕਿ ਜਾਂਚ 'ਚ ਪੂਰਾ ਸਪੋਰਟ ਮਿਲੇਗਾ। ਉਧਰ ਬਠਿੰਡਾ 'ਚ ਲੋਕਾਂ ਨੇ ਇੱਕ ਗ੍ਰੰਥੀ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ। ਬੱਚੀ ਦੇ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਸਨ। ਬਠਿੰਡਾ ਦੇ ਆਨੰਦਗੜ੍ਹ ਕੋਟਲਾ ਦੀ ਇਹ ਘਟਨਾ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਤੇ ਇਸੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਸੂਰਜ ਭਾਨ ਬਠਿੰਡਾ ਤੋਂ ਫੋਨ ਲਾਈਨ ਤੇ ਜੁੜੇ ਨੇ। ਸੂਰਜ, ਕੀ ਹੈ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ? ਦੇਖੋ, ਇਹ ਮੰਦਭਾਗੀ ਖਬਰ ਹੈ ਜਿਹੜੀ ਇਹ ਆਨੰਦਗੜ੍ਹ ਕੋਟਲਾ ਪਿੰਡ ਦੀ ਦੱਸੀ ਜਾ ਰਹੀ ਹੈ ਔਰ ਕੱਲ ਸ਼ਾਮ ਦੀ ਘਟਨਾ ਹੈਗੀ ਜਦੋਂ ਕਿ ਗ੍ਰੰਥੀ ਦੇ ਉੱਪਰ ਗੰਭੀਰ ਆਰੋਪ ਲੱਗੇ ਨੇ ਕਿ ਉਸਨੇ ਛੋਟੀ ਬੱਚੀ ਦੇ ਨਾਲ ਅਸ਼ਲੀਲ ਹਰਕਤ ਕੀਤੀ ਹੈ, ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਦੂਸਰੇ ਪਾਸੇ ਪਿੰਡ ਦੇ ਲੋਕਾਂ ਨੇ ਗੁੱਸੇ ਚ ਆ ਕੇ ਇਸ ਗ੍ਰੰਥੀ ਨੂੰ ਬੰਨ੍ਹ ਲਿਆ, ਦਸਤਾਰ ਤੱਕ ਉਤਾਰ ਦਿੱਤੀ ਗਈ ਹੈ। ਕਿਤੇ ਨਾ ਕਿਤੇ ਜਾ ਕੇ ਇਸ ਤਰ੍ਹਾਂ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਜਿੱਥੇ ਗਲਤ ਹੈ ਉੱਥੇ ਦਸਤਾਰ ਉਤਾਰ ਦੇਣਾ ਵੀ ਕਿਤੇ ਮੰਦਭਾਗਾ ਕਹਿ ਰਹੇ ਨੇ। ਔਰ ਦੂਸਰੇ ਪਾਸੇ ਪੁਲਿਸ ਨੇ ਫਿਲਹਾਲ ਗ੍ਰੰਥੀ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ। ਪਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਆਮ ਲੋਕਾਂ ਦੇ ਦਿਲਾਂ ਦੇ ਉੱਪਰ ਵੀ ਠੇਸ ਪਹੁੰਚਦੀ ਹੈ। ਪਰ ਦੂਸਰੇ ਪਾਸੇ ਇੱਕ ਗ੍ਰੰਥੀ ਦੀ ਦਸਤਾਰ ਉਤਾਰ ਦੇਣਾ ਇਸ ਨੂੰ ਵੀ ਲੋਕ ਹੈ ਗਲਤ ਸਮਝ ਰਹੇ ਨੇ। ਜੀ ਸ਼ੁਕਰੀਆ ਸੂਰਜ ਇਸ तमाम ਜਾਣਕਾਰੀ ਦੇ ਲਈ। ਤਾਂ ਇੱਕ ਗ੍ਰੰਥੀ ਨੂੰ ਬੰਨ੍ਹ ਕੇ ਲੋਕਾਂ ਦੇ ਵੱਲੋਂ ਕੁੱਟਿਆ ਗਿਆ, ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਇਲਜ਼ਾਮ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਤੇ ਅੰਮ੍ਰਿਤਸਰ ਦੇ ਫਤਿਹਪੁਰ ਪਿੰਡ ਦੇ ਵਿੱਚ ਗੋਲੀ ਚੱਲੀ ਹੈ। 4 ਨੌਜਵਾਨਾਂ ਨੇ ਇੱਕ ਸ਼ਖਸ ਤੇ ਗੋਲੀਆਂ ਚਲਾਈਆਂ ਨੇ। ਗੋਲੀ ਲੱਗਣ ਦੇ ਨਾਲ 17 ਸਾਲਾ ਮਨਪ੍ਰੀਤ ਜ਼ਖਮੀ ਹੋ ਗਿਆ। ਅਜੇ ਤੱਕ ਕਾਰਨ ਸਪਸ਼ਟ ਨਹੀਂ ਹੋ ਸਕੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੰਮ੍ਰਿਤਸਰ ਦੇ ਫਤਿਹਪੁਰ ਪਿੰਡ ਦੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। 4 ਨੌਜਵਾਨਾਂ ਦੇ ਵੱਲੋਂ ਇੱਕ ਸ਼ਖਸ ਤੇ ਗੋਲੀਆਂ ਚਲਾਈਆਂ ਗਈਆਂ ਨੇ। ਅਜੇ ਤੱਕ ਕਾਰਨ ਸਾਹਮਣੇ ਨਹੀਂ ਆਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਇੱਕ ਮਨਪ੍ਰੀਤ ਹੈ ਮੁੰਡਾ ਪਿੰਡ ਦਾ, ਤੇ ਪਿੰਡ ਦਾ ਹੀ ਆ। ਦੋ ਜਣੇ ਆਏ ਮੁੰਡੇ, 4 ਜਣੇ, ਉਹਦੇ ਨਾਲ ਝਗੜਾ ਹੋਇਆ ਤੇ ਉਹਨਾਂ ਫਾਇਰਿੰਗ ਕੀਤੀ ਤੇ ਗੋਲੀ ਉੱਤੇ ਮੋਢੇ 'ਚ ਲੱਗੀ ਹੈ। ਬਾਕੀ ਮੌਕੇ ਤੇ ਐ ਵੈਰੀਫਾਈ ਕਰ ਰਹੇ ਹਾਂ। ਸਰ ਕਿਉਂ ਚੱਲੀ, ਕਿਸ ਗੱਲੋਂ ਚੱਲੀ, ਕੋਈ ਕਾਰਨ ਪਤਾ ਚੱਲਿਆ ਨਹੀਂ? ਇਹ ਪਹੁੰਚ ਕੇ ਇੱਥੇ ਵੈਰੀਫਾਈ ਕਰ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਰਾ ਵੈਰੀਫਾਈ ਕਰ ਰਹੇ ਕਿਹਨਾਂ ਹਾਂ। ਵੱਲੋਂ ਚਲਾਈ ਗਈ ਸਰ? ਕੋਈ ਉਹ ਵੀ ਵੈਰੀਫਾਈ ਕਰ ਰਹੇ ਹਾਂ ਕਿਹੜੇ ਸੀਸੀਟੀਵੀ ਕੈਮਰੇ? ਹਾਂ, ਚੈੱਕ ਕਰ ਰਹੇ ਹਾਂ, ਸਾਰਾ ਕੁਝ ਚੈੱਕ ਕਰ। ਤੇ ਮੋਗਾ ਦੇ ਬਾਗਾ ਪੁਰਾਣਾ 'ਚ ਪੁਲਿਸ ਟੀਮ ਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ। 112 ਨੰਬਰ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਸੀ ਤੇ ਏਐਸਆਈ ਸਮੇਤ 3 ਲੋਕ ਜ਼ਖਮੀ ਹੋਏ ਨੇ। ਡੰਡੇ ਸੋਟੀਆਂ ਦੇ ਨਾਲ ਪੁਲਿਸ ਤੇ 20 ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ ਨੇ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਿੰਡ ਵੇਰੋਕੇ ਦੀ ਇਹ ਪੂਰੀ ਵਾਰਦਾਤ ਹੈ। ਤਾਂ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ ਗਿਆ। 112 ਨੰਬਰ ਤੇ ਇੱਕ ਸ਼ਿਕਾਇਤ ਮਿਲੀ ਸੀ। ਉਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਸੀ ਤੇ ਏਐਸਆਈ ਸਮੇਤ 3 ਲੋਕ ਜ਼ਖਮੀ ਹੋਏ ਨੇ। ਕਰੀਬਨ 20 ਲੋਕਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਤੇ ਸਾਰੇ ਫਰਾਰ ਹੋ ਗਏ। 112 ਦੀ ਕੰਪਲੇਂਟ ਆਈ ਸੀ। ਮੈਨੂੰ ਮੁਨਸ਼ੀ ਗੁਰਮੇਲ ਸਿੰਘ ਨੇ ਦੱਸਿਆ ਵੀ ਬੈਰੋਕੇ ਪਿੰਡ ਜਿਹੜੀ ਹੈ ਇੱਕ ਗੋਰਾ ਸਿੰਘ ਨੇ ਕਿਹਾ ਵੀ ਸਾਡੇ ਘਰੇ ਜਿਹੜੇ ਆ ਕਾਫੀ ਬੰਦੇ ਇਕੱਠੇ ਹੋ ਕੇ ਸਾਡੇ ਘਰ ਦੀ ਕੁੱਟਮਾਰ ਤੇ ਸਾਨੂੰ ਹੋ ਸਕਦਾ ਸਾਨੂੰ ਮਾਰ ਦੇਣ। ਤੇ ਮੈਨੂੰ ਫੋਨ ਤੇ ਬਾਹਰ ਇਲਾਕੇ 'ਚ ਫਿਰਦੇ ਨੂੰ ਦੱਸਿਆ ਤੇ ਮੇਰੇ ਨਾਲ ਤਰਸੇਮ ਸਿੰਘ ਸੀਗਾ ਤੇ ਹੋਰ ਮੇਰੇ ਪ੍ਰਾਈਵੇਟ ਬੰਦੇ ਨੂੰ ਇੱਕ ਪਹਿਲਾਂ ਹੀ ਮੈਂ ਦਰਖਾਸਤ ਦੇ ਸੰਬੰਧ 'ਚ ਲਈ ਆਉਂਦਾ। ਮੈਂ ਉੱਥੇ ਮੌਕੇ ਤੇ ਪਹੁੰਚਿਆ ਤੇ ਉੱਥੇ 15-16 ਬੰਦੇ ਜਿਹੜੇ ਪਹਿਲਾਂ ਨੌਜਵਾਨ ਇਕੱਠੇ ਹੋਏ ਸੀ। ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਕਿਸ ਕਰਕੇ ਲੜਦੇ ਆ, ਬਹੁਤ ਸਮਝਾਇਆ, ਪਾਸੇ ਠਾਇਆ, ਜਾਣ ਦੀ ਬਜਾਏ ਉਹ ਮੇਰੇ ਨਾਲ ਝਗੜਾ ਕਰਨ ਲੱਗ ਗਏ, ਜਿਹਦੇ 'ਚ ਮੇਰੀ ਗੱਡੀ ਪ੍ਰਾਈਵੇਟ ਉਹਨਾਂ ਨੇ ਗੱਡੀ ਦੀ ਵੀ ਤਾਂ ਭੰਨਤੋੜ ਕੀਤੀ ਹੈ ਤੇ ਮੇਰੇ ਖੜੇ ਤੋਂ ਸਾਡੇ ਹੋਮਗਾਰਡ ਪੀਐਚਜੀ ਦੀ ਤਰਸੇਮ ਸਿੰਘ ਦੇ ਸੱਟਾਂ ਮਾਰ ਲੱਗੇ ਤੇ ਮੈਂ ਉਹਨਾਂ ਨੂੰ ਇਸ ਗੱਲ ਤੋਂ ਫਿਰ ਜਦੋਂ ਹਟਾਇਆ ਤਾਂ ਮੇਰੇ ਨਾਲ ਵੀ ਹੋ ਗਈ, ਮੇਰੇ ਕਾਫੀ ਜ਼ਿਆਦਾ ਉਹਨਾਂ ਨੇ